ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहिगुरु 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 वाहिगुरु। ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਮਨੁੱਖੀ ਜੀਵਨ ਦੇ ਨਾਲ ਸੰਬੰਧਿਤ ਕੁਝ ਵਿਚਾਰਾਂ ਆਪ ਜੀ ਨਾਲ ਕਰਨੀਆਂ ਹਨ। ਮਨੁੱਖੀ ਜੀਵਨ ਦੀ ਸਮਝ ਤੇ ਇਸ ਦੀ ਸਫਲਤਾ ਕਿਵੇਂ ਹੋਵੇ, ਇਸ ਇਨਸਾਨ ਦੀ ਕਦਰ ਨੂੰ ਕਿਵੇਂ ਸਮਝੀਏ, ਕੁਝ ਵਿਚਾਰ ਹਨ ਜਿਹੜੇ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਨ। ਜਗਤ ਕਰਤੇ ਦਾ ਸਾਜਿਆ ਹੋਇਆ ਅਖਾੜਾ ਹੈ, ਉਸ ਪਰਮ ਪਿਤਾ ਪਰਮੇਸ਼ਰ ਦੀ ਇਹ ਬਾੜੀ ਹੈ। ਕਰਤਾਰ ਇਸ ਦਾ ਮਾਲੀ ਹੈ, ਸਿਰਜਣਹਾਰ ਹੈ, ਔਰ ਅਸੀਂ ਸਾਰੇ ਉਸ ਕਰਤਾਰ ਦੇ ਇੱਕ ਰਚਨਾ ਹਾਂ। ਕਰਤਾਰ ਨੇ ਜਗਤ ਸਿਰਜਿਆ, ਜਗਤ ਸਿਰਜਰ ਕੇ ਇਸ ਇਨਸਾਨ ਪੈਦਾ ਕੀਤਾ, ਇਨਸਾਨ ਦੇ ਜੀਵਨ ਦਾ ਇੱਕ ਆਦਰਸ਼ ਮਿਥਿਆ। ਉਹ ਹੈ ਇਸ ਜਗਤ ਅਖਾੜੇ ਵਿੱਚ ਵਿਚਰਦਿਆਂ ਹੋਇਆਂ ਇਸ ਜਗਤ ਦੀ ਬਾਜੀ ਨੂੰ ਕਿਵੇਂ ਜਿੱਤਣਾ ਹੈ। ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ, ਤੇ ਉਹਨਾਂ ਦਾ ਮੁਕਾਬਲਾ ਇਸ ਜੀਵ ਦੇ ਨਾਲ ਹੈ। ਹੁਣ ਇਸ ਛਿੰਝ ਨੂੰ ਕਿਵੇਂ ਜਿੱਤਿਆ ਜਾਵੇ, ਇਸ ਅਖਾੜੇ ਵਿੱਚ ਕਿਵੇਂ ਬਾਹਾਂ ਉੱਚੀਆਂ ਉਲਾਰ ਕੇ ਜਾਇਆ ਜਾਏ, ਇਸ ਖੇਡ ਦੀ ਸਮਾਪਤੀ ਤੇ ਸਫਲਤਾ ਦੇ ਸਿਖਰ ਤੇ ਕਿਵੇਂ ਪਹੁੰਚਿਆ ਜਾਏ, ਇਹ ਕੁਝ ਸਵਾਲ ਹਨ ਸਾਡੇ ਅੰਦਰ ਪੈਦਾ ਹੁੰਦੇ ਹਨ। ਤੇ ਗੁਰਮਤਿ ਵਿੱਚ ਇਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਸਿੱਖ ਇਤਿਹਾਸ ਵਿੱਚ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਮੇਰੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਕੌਣ ਹੁੰਦਾ ਹੈ। ਇਨਸਾਨ ਦਾ ਸੁਭਾਅ ਕਿਹੋ ਜਿਹਾ ਹੋਵੇ, ਜਿਸ ਸੁਭਾਅ ਨਾਲ ਉਸ ਕਰਤਾਰ ਦੇ ਦਰ ਤੇ ਪ੍ਰਵਾਨ ਹੋ ਜਾਏ। ਸਭ ਤੋਂ ਪਹਿਲੀ ਕਹਾਣੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਤੋਂ ਸਾਨੂੰ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੱਖਾਂ ਦੇ ਸਾਹਮਣੇ ਵੇਖਿਆ ਵੇਲੇ ਦੇ ਹਾਕਮਾਂ ਵੱਲੋਂ, ਉਹਨਾਂ ਦੇ ਕਰਮਚਾਰੀਆਂ ਵੱਲੋਂ, ਉਹਨਾਂ ਦੇ ਕਰਿੰਦਿਆਂ ਵੱਲੋਂ ਆਪਣੇ ਹੀ ਭਰਾਵਾਂ ਦੇ ਉੱਤੇ ਜ਼ੁਲਮ ਕਿਸ ਤਰ੍ਹਾਂ ਢਾਇਆ ਜਾ ਰਿਹਾ ਹੈ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਪੀੜਾ ਨੂੰ ਮਹਿਸੂਸ ਕੀਤਾ, ਉਸ ਦਰਦ ਨੂੰ ਮਹਿਸੂਸ ਕੀਤਾ। ਚਾਰ ਚਫੇਰੇ ਨਜ਼ਰ ਮਾਰ ਕੇ ਦੇਖਿਆ, ਇਸ ਜ਼ੁਲਮ ਦਾ ਹਨੇਰਾ ਸੀ। ਧਰਮ ਤਾਂ ਖੰਭਲਾ ਕੇ ਉੱਡ ਚੁੱਕਾ ਸੀ। ਲੋਕ ਹਰ ਵੇਲੇ ਆਪਣੇ ਦੁੱਖਾਂ ਦੀ ਕਹਾਣੀ ਹੀ ਰੋਂਦੇ ਰਹਿੰਦੇ ਸਨ, ਤੜਫਦੇ ਸਨ। ਹੁਣ ਸਤਿਗੁਰੂ ਮਹਾਰਾਜ ਦੇ ਮਨ 'ਚ ਵਿਚਾਰ ਸੀ ਕਿ ਇਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਕਿਵੇਂ ਆਵੇ।
ਇਹਨਾਂ ਦਾ ਬਚਾਅ ਕਿਵੇਂ ਹੋਵੇ, ਇਹਨਾਂ ਦੀ ਇਸ ਜ਼ਿੰਦਗੀ ਨੂੰ ਕਿਵੇਂ ਆਪਣੇ ਸਿਖਰ ਤੇ ਪਹੁੰਚਾਇਆ ਜਾ ਸਕਦਾ ਹੈ। ਤਾਂ ਪਹਿਲੀ ਗੱਲ, ਧਰਮ ਦੀ ਦੁਨੀਆ ਦੀ ਇਹ ਜ਼ਰੂਰੀ ਹੈ ਕਿ ਇਨਸਾਨ ਦੇ ਅੰਦਰ ਦਰਦ ਹੋਵੇ। ਮਨੁੱਖ ਦੇ ਜੀਵਨ ਦੀ ਸਫਲਤਾ ਨੂੰ ਛੂਹਣਾ ਹੋਵੇ ਤਾਂ ਅੰਦਰ ਤੜਫ, ਅੰਦਰ ਦਰਦ, ਦੂਜੇ ਦਾ ਦੁੱਖ ਦਰਦ ਕੇ ਮਨ ਦਾ ਪਿੰਗਰ ਲਾਣਾ ਬੜਾ ਜ਼ਰੂਰੀ ਚੀਜ਼ ਹੈ। ਐਸਾ ਨਾ ਹੋਵੇ ਸਾਡੇ ਨੇੜੇ ਹੀ ਕੋਈ ਤੜਫਦਾ ਹੋਵੇ, ਅਸੀਂ ਅੱਖਾਂ ਬੰਦ ਕਰਕੇ ਕੰਨਾਂ ਦੇ ਵਿੱਚ ਉਂਗਲੀਆਂ ਦੇ ਕੇ ਮਖਮਲੀ ਗੱਦਿਆਂ ਦੇ ਉੱਤੇ ਸੁੱਤੇ ਰਹੀਏ। ਇਹ ਇਨਸਾਨੀ ਜੀਵਨ ਦਾ ਨਿਸ਼ਾਨਾ ਨਹੀਂ ਹੈ। ਤੜਫਰੇ ਨੂੰ ਦੇਖ ਕੇ ਮਨ ਦੇ ਅੰਦਰ ਵਿਚਾਰ ਆਉਣਾ ਜ਼ਰੂਰੀ ਬਾਤ ਹੈ। ਅਗਰ ਇਹ ਵਿਚਾਰ ਨਹੀਂ ਆਉਂਦਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਐਸੇ ਮਨੁੱਖ ਨੂੰ ਸਫਲਤਾ ਦੀਆਂ ਉਚਾਈਆਂ ਤੇ ਛੂਹਣਾ ਹੋਇਆ ਦੱਸਣਾ ਨਾਮੁਮਕਿਨ ਜੀ ਬਾਤ ਕਹੀ। ਤਾਂ ਸਤਿਗੁਰੂ ਜੀ ਨੇ ਜਦੋਂ ਨਕਸ਼ਾ ਖਿੱਚਿਆ, ਇਹ ਸ੍ਰਿਸ਼ਟੀ ਨੂੰ ਵੇਖਿਆ, ਤੇ ਮਹਾਰਾਜ ਕਹਿਣ ਲੱਗੇ ਇਹ ਕਲਯੁਗੀ ਸੁਭਾਅ ਮਨੁੱਖ ਦਾ ਮਾਨੋ ਇੱਕ ਛੁਰੀ ਬਣ ਕੇ ਇਹਦਾ ਕਤਲ ਕਰ ਰਿਹਾ ਹੈ। ਇਸ ਸੁਭਾਅ ਕਰਕੇ ਹੀ ਰਾਜੇ ਜ਼ਾਲਮ ਹੋ ਗਏ ਹਨ। ਧਰਮ ਖੰਭ ਲਾ ਕੇ ਉੱਡ ਗਿਆ ਹੈ। ਇਹ ਮਨੋ ਮੱਸਿਆ ਦੀ ਕਾਲੀ ਰਾਤ ਕੋ ਹਨੇਰਾ, ਹੱਥ ਨੂੰ ਹੱਥ ਵੀ ਦਿਖਾਈ ਨਹੀਂ ਦਿੰਦਾ, ਔਰ ਸੱਚ ਦਾ ਚੰਦਰਮਾ, ਸੱਚ ਰੂਪ ਚੰਦਰਮਾ ਕਿਤੇ ਚੜ੍ਹਿਆ ਹੋਇਆ ਨਜ਼ਰ ਨਹੀਂ ਆਉਂਦਾ। ਮੈਂ ਤਾਂ ਕਹਿੰਦੇ ਇਸ ਚੰਦਰਮਾ ਨੂੰ ਲੱਭ ਕੇ, ਸੱਚ ਦੇ ਚੰਦਰਮਾ ਨੂੰ ਲੱਭ ਕੇ ਵਿਆਕੁਲ ਹੋਇਆ ਹਾਂ, ਪਰ ਹਨੇਰੇ ਵਿੱਚ ਕੋਈ ਰਾਹ ਦਿਸਦਾ ਨਹੀਂ। ਔਰ ਇਸ ਹਨੇਰੇ ਕਰਕੇ ਹੀ, ਇਹ ਚਾਨਣ ਨਾ ਹੋਣ ਕਰਕੇ ਹੀ, ਸੱਚ ਦੇ ਚੰਦਰਮੇ ਦਾ ਨਾ ਚੜ੍ਹ ਕਰਕੇ ਹੀ ਇਹ ਸ੍ਰਿਸ਼ਟੀ ਹਉਮੈ ਵਿੱਚ ਦੁਖੀ ਹੋ ਰਹੀ ਹੈ। ਤੇ ਇਹਦੀ ਖਲਾਸੀ ਕਿਵੇਂ ਹੋਵੇ, ਇਸ ਹਨੇਰੇ ਤੋਂ ਬਚਿਆ ਕਿਵੇਂ ਜਾਵੇ, ਇਹ ਵੀ ਗੱਲ ਗੁਰੂ ਪਾਤਸ਼ਾਹ ਜੀ ਨੇ ਨਾਲ ਹੋਰ ਅੱਗੇ ਲਿਖ ਦਿੱਤੀ। ਸਤਿਗੁਰੂ ਜੀ ਦਾ ਇਹ ਜੋ ਵਚਨ ਹੈ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸਾ ਨਾਹੀ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਧ ਗਤ ਹੋਈ। ਕਿਵੇਂ ਗਤ ਹੋਏਗੀ? ਤਾਂ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਗੱਲ ਨੂੰ ਹੋਰ ਅੱਗੇ ਤੋਰਦਿਆਂ ਹੋਇਆ ਇਹ ਗੱਲ ਸਮਝਾ ਦਿੱਤੀ। ਉਹ ਭਲਿਓ, ਇਹ ਦੁਨੀਆ ਦੇ ਲੋਕੋ, ਇਸ ਕਲਯੁਗੀ ਸੁਭਾਅ ਨੂੰ, ਇਸ ਕੂੜ ਦੇ ਘੋਰ ਹਨੇਰੇ ਨੂੰ, ਸੱਚ ਦੇ ਚੰਦਰਮੇ ਨੂੰ ਵੇਖਣ ਲਈ, ਅਮਾਵਸ ਦੀ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਦੂਰ ਕਰਨ ਲਈ ਇੱਕ ਮੇਰੇ ਮਾਲਕ ਦੀ ਸਿਫਤ ਸਲਾਹ ਹੀ ਸਮਰੱਥ ਹੈ। ਉਸ ਮਾਲਕ ਦੀ ਬੰਦਗੀ ਤੋਂ ਬਿਨਾਂ, ਉਸ ਦੇ ਗਿਆਨ ਤੋਂ ਬਿਨਾਂ, ਉਸ ਦੇ ਪਿਆਰ ਤੋਂ ਬਿਨਾਂ, ਉਸ ਦੀ ਮਮਤਾ ਤੋਂ ਬਿਨਾਂ ਇਹ ਕਲਯੁਗੀ ਸੁਭਾਅ ਦੀਆਂ ਤੰਦਾਂ ਟੁੱਟ ਨਹੀਂ ਸਕਦੀਆਂ। ਨਿਰੰਕਾਰ ਹੈ, ਪਿਆਰੇ ਦਾ ਨਾਮ ਹੈ ਜੋ ਰੋਸ਼ਨੀ ਹੈ, ਜੋ ਚਾਨਣ ਹੈ। ਜਿਹੜਾ ਮਨੁੱਖ ਵੀ ਇਸ ਰੋਸ਼ਨੀ ਨੂੰ ਲੈਣ ਲਈ ਗੁਰੂ ਦੇ ਸਨਮੁਖ ਹੁੰਦਾ ਹੈ, ਵਿਸ਼ਵਾਸ ਕਰਕੇ ਜਾਣਨਾ, ਉਹ ਇਸ ਰੋਸ਼ਨੀ ਨੂੰ ਲੈ ਕੇ, ਇਸ ਚਾਨਣ ਨੂੰ ਲੈ ਕੇ, ਇਸ ਚਾਨਣ ਦੇ ਆਸਰੇ ਨਾਲ ਇਸ ਸੰਸਾਰ ਦੇ ਘੋਰ ਹਨੇਰੇ ਵਿੱਚੋਂ ਪਾਰ ਲੰਘ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਆਉਂਦਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 145 ਦੇ ਉੱਤੇ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ,
ਜਿਸ ਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਤੋ ਸਤਿਗੁਰ ਪਾਤਸ਼ਾਹ ਜੀ ਦਾ ਇਹ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ। ਇਸ ਕਲਯੁਗੀ ਸੁਭਾਅ ਨੂੰ ਦੂਰ ਕਰਨ ਲਈ ਮੇਰੇ ਪਿਆਰੇ ਦੀਆਂ ਵਡਿਆਈਆਂ ਕਰਨੀਆਂ ਪੈਣਗੀਆਂ। ਇਹ ਗੱਲ ਸਮਝਣੀ ਪਵੇਗੀ। ਇਨਸਾਨ ਨੂੰ ਆਪਣਾ ਸੁਭਾਅ ਨੂੰ ਸਮਝਣ ਲਈ, ਆਪਣੇ ਸੁਭਾਅ ਦੀ ਤਬਦੀਲੀ ਲਈ ਸਭ ਤੋਂ ਪਹਿਲੀ ਗੱਲ ਕਲ ਕੀਰਤ ਹੈ, ਜੋ ਰੋਸ਼ਨੀ ਹੈ, ਜੋ ਗਿਆਨ ਦਾ ਚਾਨਣ ਹੈ, ਜੋ ਸਾਡੇ ਲਈ ਚਾਨਣ ਮਨਾਰਾ ਹੈ, ਜੋ ਰਸਤਾ ਦੱਸਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖਿਆ ਇੱਥੋਂ ਤਾਂ ਭਾਈਚਾਰਾ ਮੁੱਕ ਗਿਆ ਹੈ, ਸਮਾਜ ਵੰਡੀਆਂ ਵਿੱਚ ਵੰਡਿਆ ਗਿਆ, ਇੱਥੋਂ ਦੇ ਭਾਈਚਾਰਕ ਹਾਲਤ ਬਹੁਤ ਨੀਵੀਂ ਜਾ ਚੁੱਕੀ ਹੈ। ਲੋਕਾਂ ਦਾ ਆਪੋ ਵਿੱਚ ਪਿਆਰ ਖਤਮ ਹੋ ਗਿਆ ਹੈ, ਆਪੋ ਨਾਲ ਹਮਦਰਦੀ ਮੁੱਕ ਚੁੱਕੀ ਹੈ। ਇੱਕ ਦੂਜੇ ਦੇ ਨਾਲ ਦਰਦ ਵੰਡਣਾ ਸੁਭਾਅ ਵਿੱਚੋਂ ਹੀ ਖਤਮ ਹੋ ਚੁੱਕਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਹ ਕੁਝ ਵੇਖ ਕੇ ਬੜੇ ਪਿਆਰ ਨਾਲ, ਬੜੇ ਹੀ ਟੁੰਬੇ ਲਫ਼ਜ਼ਾਂ ਦੇ ਨਾਲ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਇਉਂ ਬਿਆਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਤੇ ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੀ ਹਾਲਤ ਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤੀ। ਕਹਿੰਦੇ ਨੇ, ਵਾਹ ਕਿ ਉਹ ਦੁਨੀਆ ਕਿਹੋ ਜਿਹੀ ਹੋ ਗਈ, ਕੋਈ ਮਿੱਤਰ ਦਿਸਦਾ ਹੀ ਨਹੀਂ, ਕੋਈ ਦੁੱਖ ਕੱਟਣ ਵਾਲਾ ਨਜ਼ਰ ਹੀ ਨਹੀਂ ਆਉਂਦਾ। ਇਹਨਾਂ ਦੀਆਂ ਹਨੇਰਿਆਂ ਦੀਆਂ, ਇਸ ਕੂੜ ਦੇ ਹਨੇਰੇ ਵਿੱਚੋਂ ਕੱਢਣ ਵਾਲਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਸਤਿਗੁਰੂ ਪਾਤਸ਼ਾਹ ਜੀ ਨੇ ਪੁਕਾਰ ਕੀਤੀ ਹੈ, ਜੀਵਨ ਦਾ ਮਾਰਗ ਦੱਸਿਆ ਹੋਇਆ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਤੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨੇ ਚਾਲੀ ਸਾਥ। ਸ਼ੇਖ ਫਰੀਦ ਵੀ ਬਚਨ ਲਿਖਦੇ ਨੇ, ਪਾਉ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਦੇਖੋ ਕਿਆ ਕਮਾਲ ਦੇ ਬੋਲ ਹਨ। ਦੀਨ ਗਵਾ ਦਿੱਤਾ, ਦੁਨੀ ਦੇ ਨਏ। ਤੇ ਕਹਿੰਦੇ ਨੇ ਫਿਰ ਹੋਇਆ ਕੀ, ਇਹ ਦੁਨੀਆ ਨਾਲ ਨਾ ਚੱਲੀ। ਤੇ ਜੇ ਦੁਨੀਆ ਨਾਲ ਨਹੀਂ ਚੱਲੀ ਤੇ ਕਹਾਣੀ ਕਿੱਥੋਂ ਚੱਲੀ। ਕਬੀਰ ਜੀ ਬਚਨ ਕਰਦੇ ਹਨ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨੇ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਉਹ ਮੂਰਖਾ, ਆਪਣੇ ਹੱਥਾਂ ਨਾਲ ਹੀ ਕੁਹਾੜੇ ਮਾਰ ਕੇ ਆਪਣੀਆਂ ਜੜ੍ਹਾਂ ਨੂੰ ਵੱਢ ਰਿਹਾ ਹੈ। ਭਲਿਆ, ਜੜ੍ਹਾਂ ਤੋਂ ਬਗੈਰ ਵੀ ਕੋਈ ਦਰਖਤ ਹਰਾ ਹੁੰਦਾ। ਪੱਤਝੜ ਆਉਂਦੀ ਹੈ, ਪੱਤੇ ਝੜ ਜਾਂਦੇ ਨੇ, ਦੁਬਾਰਾ ਆ ਜਾਂਦੇ ਨੇ, ਪਰ ਜੇ ਦਰਖਤ ਦੀ ਜੜ ਹੀ ਪੁੱਟ ਦਿੱਤੀ ਜਾਏ ਫਿਰ ਦਰਖਤ ਸੁੱਕ ਜਾਂਦਾ, ਦੁਬਾਰਾ ਹਰਾ ਨਹੀਂ ਹੋ ਸਕਦਾ। ਉਹ ਗਾਫਲਾ ਆਪਣੇ ਹੱਥਾਂ ਨਾਲ ਆਪਣੇ ਇਸ ਮਨੁੱਖੇ ਜੀਵਨ ਦੇ ਰੁੱਖ ਨੂੰ ਕਿਉਂ ਵੱਢ ਰਿਹਾ ਹੈ, ਕਿਉਂ ਦੁਨੀਆ ਦੀ ਖਾਤਰ ਦੀਨ ਨੂੰ ਗਵਾ ਰਿਹਾ ਹੈ, ਕਿਉਂ ਇਸ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਜੀਵਨ ਦੀ ਕਹਾਣੀ ਨੂੰ ਸਾਡੇ ਸਾਹਮਣੇ ਰੱਖਿਆ। ਹੁਣ ਸਭ ਤੋਂ ਪਹਿਲਾਂ ਸੋਚੀਏ, ਮਨੁੱਖ ਜੀਵਨ ਦੀ ਸਮਝ ਲੈਣ ਦੇ ਲਈ ਸੁਭਾਅ ਕਿਹੋ ਜਿਹਾ ਹੋਵੇ। ਗੁਰੂ ਪਾਤਸ਼ਾਹ ਜੀ ਨੇ ਇਹਦੀ ਉਦਾਹਰਨ ਦਿੱਤੀ ਹੈ। ਕਦੇ ਸਮਾਜ ਵਿੱਚ ਦੇਖੀਏ, ਇਸ ਆਪਣੇ ਪਰਿਵਾਰਾਂ ਵਿੱਚ ਵੇਖੀਏ, ਗ੍ਰਸਤ ਵਿੱਚ ਅਸੀਂ ਗ੍ਰਸਤੀ ਹਾਂ, ਭਾਈਚਾਰਕ ਦਾ ਜਿਹੜਾ ਜਜ਼ਬਾ ਹੈ ਇਹ ਬੱਚਿਆਂ ਦੀ ਪਿਆਰ ਦੀ ਖੁਸ਼ੀ ਵਿੱਚੋਂ ਦੇਖਿਆ ਜਾ ਸਕਦਾ ਹੈ। ਬੜਾ ਖੂਬਸੂਰਤ ਬੋਲ ਮਹਾਰਾਜ ਨੇ ਅੱਗੇ ਲਿਖੇ ਹਨ। ਕਹਿੰਦੇ, ਭਲਿਆ ਕਦੇ ਬੱਚਿਆਂ ਨੂੰ ਵੇਖ ਕਿਵੇਂ ਪਿਆਰ ਤੇ ਲਾਡ ਨਾਲ ਬੱਚਾ ਮਾਂ ਦੀ ਗਲੇ ਨੂੰ ਚੰਬੜਦਾ ਹੈ। ਦੂਰੋਂ ਦੇਖ ਕੇ ਹੀ ਆਪਣੀਆਂ ਬਾਹਾਂ ਉਲਾਰ ਕੇ ਮਾਂ ਨੂੰ ਆਪਣੇ ਵੱਲ ਖਿੱਚ ਲੈਣਾ ਚਾਹੁੰਦਾ ਹੈ। ਬਾਹਾਂ ਉਲਾਰਦਾ ਮਾਂ ਨੂੰ ਦੇਖ ਕੇ, ਮਾਂ ਦੀਆਂ ਮਮਤਾ
ਮਾਂ ਦੀ ਮਮਤਾ ਵੀ ਅੰਦਰ ਉਛਾਲੇ ਮਾਰਦੀ ਹੈ। ਕਦੀ ਬੱਚੇ ਵੱਲ ਦੇਖਿਆ ਕਿਵੇਂ ਲਾਡ ਨਾਲ ਬੱਚਾ ਮਾਂ ਦੇ ਗਲ ਨੂੰ ਆ ਕੇ ਚੰਬੜਦਾ ਹੈ? ਕਿਉਂ? ਇਸ ਉਮਰ ਵਿੱਚ ਹਜੇ ਉਸ ਬੱਚੇ ਅੰਦਰ ਕੋਈ ਸੈਲਫਿਸ਼ਨੈਸ ਨਾ ਆਈ, ਕੋਈ ਸਵਾਰਥ ਨਾ ਆਇਆ, ਆਪਣੇ ਤੇ ਪਰਾਏ ਦਾ ਵਿਤਕਰਾ ਨਾ ਆਇਆ। ਉਸ ਦੇ ਅੰਦਰ ਕੇਵਲ ਪਿਆਰ ਦੇ ਬਲਬਲੇ ਉੱਠਦੇ ਹਨ, ਪਿਆਰ ਦੇ ਬਲਬਲੇ ਉਛਾਲੇ ਮਾਰ ਰਹੇ ਹਨ। ਜਿਉਂ-ਜਿਉਂ ਮਨੁੱਖ ਵੱਡਾ ਹੁੰਦਾ ਹੈ, ਫਿਰ ਤਾਂ ਆਪਣੀਆਂ ਲੋੜਾਂ ਤੇ ਕਈ ਕਿਸਮ ਦੇ ਸਵਾਰਥ ਆ ਕੇ ਇਸ ਨੂੰ ਚੰਬੜ ਜਾਂਦੇ ਹਨ। ਪਰ ਦੇ ਭਲਿਆ, ਉਸ ਕਰਤਾਰ ਨੂੰ ਦੇਖ ਮਿਲਣਾ, ਉਸ ਕਰਤਾਰ ਦੇ ਸੱਚਮੁੱਚ ਜੀਵਨ ਦੀ ਸਫਲਤਾ ਚਾਹੁੰਦਾ ਹੈ, ਤਾਂ ਫਿਰ ਤੂੰ ਇੱਕ ਗੱਲ ਖਿਆਲ ਰੱਖ, ਉਸ ਮਾਲਕ ਦੇ ਨੇੜੇ ਹੋ ਕੇ ਰਹਿ, ਬੱਚੇ ਵਰਗਾ ਸੁਭਾਅ ਬਣਾ ਕੇ ਰਹਿ, ਆਪਣੇ ਆਪ ਨੂੰ ਬਾਲਕ ਬਣ ਕੇ, ਹਰ ਵੇਲੇ ਬੱਚਾ ਬਣ ਕੇ ਉਸ ਆਪਣੇ ਵੱਡੇ ਮਾਂ-ਬਾਪ ਅਕਾਲ ਪੁਰਖ ਦੇ ਦਰ ਦੇ ਉੱਤੇ ਬੇਨਤੀਆਂ ਤੇ ਜੋਦਰੀਆਂ ਕਰਨ ਦਾ ਸੁਭਾਅ ਸਿੱਖ। ਉਸ ਕਰਤਾਰ ਦੇ ਦਰ ਤੇ ਜਾ ਕੇ ਉਹਦੇ ਅੱਗੇ ਬੇਨਤੀਆਂ ਕਰ, ਤਰਲੇ ਕਰ, ਤੇ ਉਹਦੇ ਅੱਗੇ ਆਖ, ਇਹ ਮੇਰੇ ਮਾਲਕਾ, ਮੈਨੂੰ ਆਪਣੇ ਗਲੇ ਨਾਲ ਲਾ, ਮੈਂ ਤਾਂ ਵੇਖਿਆ ਹੈ। ਇਹ ਮੇਰੇ ਮਾਲਕਾ, ਮੈਂ ਤਾਂ ਤੇਰਾ ਇੱਕ ਛੋਟਾ ਜਿਹਾ ਅਣਜਾਣ ਜਿਹਾ ਬੱਚਾ ਹਾਂ। ਮੇਰੇ ਅੰਦਰੋਂ ਮੇਰੀਆਂ ਭੁੱਲਾਂ ਤੂੰ ਦੂਰ ਕਿਉਂ ਨਹੀਂ ਕਰਦਾ? ਕਿਉਂ ਮੇਰੇ ਗੁਨਾਹ ਨਹੀਂ ਕੱਢਦਾ? ਕਿਉਂ ਮੇਰੇ ਔਗਣਾਂ ਨੂੰ ਨਹੀਂ ਸਵਾਰਦਾ? ਕਿਉਂ ਮੇਰੇ ਜੀਵਨ ਨੂੰ ਸ਼ਿੰਗਾਰਦਾ ਨਹੀਂ? ਇੱਕ ਬੱਚਾ ਬਣ ਕੇ ਤਰਲਾ ਕਰ। ਮੈਨੂੰ ਤਾਂ ਪਤਾ ਜਿੰਨੀਆਂ ਮਰਜ਼ੀਆਂ ਗਲਤੀਆਂ ਕਰ ਲਵਾਂ, ਪਰ ਮਾਂ ਸਾਰੀਆਂ ਦੀਆਂ ਸਾਰੀਆਂ ਭੁੱਲਾਂ ਨੂੰ ਭੁੱਲ ਜਾਂਦੀ ਹੈ, ਯਾਦ ਨਹੀਂ ਰੱਖਦੀ, ਆਪਣੇ ਚੇਤੇ ਵਿੱਚ ਨਹੀਂ ਰੱਖਦੀ। ਕਦੀ ਵੀ ਜੇ ਬੱਚਾ ਮਾਂ ਨੂੰ ਗੁੱਸੇ ਵਿੱਚ ਆ ਕੇ ਹੱਥ ਵੀ ਚੁੱਕ ਲਵੇ, ਪਰ ਮਾਂ ਦਾ ਸੁਭਾਅ ਬੜਾ ਪਿਆਰ ਵਾਲਾ ਹੈ। ਉਹ ਬੱਚੇ ਦੇ ਇਸ ਮੂਰਖਪੁਣੇ ਦੇ ਉੱਤੇ ਕਦੀ ਆਪਣੇ ਗੱਲ ਨੂੰ ਆਪਣੇ ਅੰਦਰ ਨਹੀਂ ਰੱਖੇ, ਇਸ ਮੂਰਖਪੁਣੇ ਨੂੰ ਹਮੇਸ਼ਾ ਮਾਫ ਕਰ ਦਿੰਦੀ ਹੈ। ਮੇਰੇ ਮਾਲਕਾ, ਉਹ ਮੇਰਾ ਮਨ ਤਾਂ ਚਿੰਤਾ ਦੇ ਖੂਹ ਵਿੱਚ ਡਿੱਗਾ ਹੋਇਆ ਹੈ। ਮੇਰਾ ਮਨ ਤਾਂ ਹਰ ਵੇਲੇ ਸੰਸਾਰ ਦੀ ਸਵਾਰਥ ਵਿੱਚ ਫਸਿਆ ਹੋਇਆ ਹੈ। ਮੈਂ ਸਦਾ ਭੁੱਲਾਂ ਕਰਦਾ ਰਹਿੰਦਾ ਹਾਂ, ਗਲਤੀਆਂ ਤੇ ਖੁਨਾਮੀਆਂ ਕਰਦਾ ਰਹਿੰਦਾ ਹਾਂ। ਤੇਰਾ ਨਾਮ ਸਿਮਰਨ ਤੋਂ ਬਿਨਾਂ ਦੱਸ ਮੈਂ ਇਸ ਚਿੰਤਾ ਦੇ ਵਿੱਚੋਂ ਕਿਵੇਂ ਪਾਰ ਲੰਘ ਸਕਦਾ ਹਾਂ? ਇਸ ਚਿੰਤਾ ਤੋਂ ਪਾਰ ਲੰਘਣ ਦਾ ਹੋਰ ਕੋਈ ਢੰਗ ਮੈਨੂੰ ਨਜ਼ਰ ਨਹੀਂ ਆਉਂਦਾ। ਇਹ ਮੇਰੇ ਮਾਲਕ, ਮੈਨੂੰ ਸੋਹਣੀ ਜੀ ਮੱਤ ਦੇ ਦੇ, ਮੇਰੇ ਤੇ ਥੋੜੀ ਜਿਹੀ ਰਹਿਮਤ ਕਰ, ਜਿਸ ਕਰਕੇ ਤੇਰਾ ਬੱਚਾ ਇਹ ਕਬੀਰ ਅਡੋਲ ਅਵਸਥਾ ਵਿੱਚ ਤੇਰੇ ਗੁਣ ਗਾਉਂਦਾ ਰਹੇ, ਤੇਰੇ ਨਾਲ ਜੁੜਿਆ ਰਹੇ। ਤਾਂ ਭਗਤ ਕਬੀਰ ਜੀ ਨੇ ਆਸਾ ਰਾਗ ਦਾ ਇਹ ਬਚਨ ਲਿਖਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 478 ਦੇ ਉੱਤੇ ਹੈ, ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤ ਨ ਰਾਖਸ਼ ਤੇਤੇ। ਹਰਾ ਮਈਆ ਹੋਮ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ। ਤੇਰਾ ਬੱਚਾ ਹਾਂ, ਮੇਰੀ ਗਲਤੀਆਂ ਖੁਨਾਮੀਆਂ ਦੂਰ ਕਰ, ਕਿਉਂ ਨਹੀਂ ਦੂਰ ਕਰਦਾ? ਕੀ ਭੁੱਲ ਹੋ ਗਈ, ਕਿਤਨੀ ਗਲਤੀਆਂ ਹੋ ਗਈਆਂ, ਪਰ ਫਿਰ ਤੇਰਾ ਬੱਚਾ ਤਾਂ ਹਾਂ। ਜੇ ਅਤ ਕ੍ਰੋਧ ਕਰੇ ਕਰ ਧਾਇਆ, ਗੁੱਸਾ ਕਰਕੇ ਮਾਂ ਨੂੰ ਮਾਰਨ ਵੀ ਪੈ ਜਾਏ, ਦੌੜ ਪਵੇ, ਤਾਂ ਵੀ ਚੀਤ ਨਾ ਰਾਖਸ਼ ਮਾਇਆ। ਕੀ ਹੋਇਆ ਮੇਰੇ ਮਾਲਕਾ? ਬੜਾ ਕੁਝ ਗਲਤ ਕਹਿ ਦਿੱਤਾ ਹੈ, ਬੜੀਆਂ ਗਲਤੀਆਂ ਕਰ ਲਈਆਂ ਨੇ, ਪਰ ਤੇਰਾ ਸੁਭਾਅ ਤਾਂ ਪ੍ਰਤਪਾਲਣਾ ਵਾਲਾ ਹੈ। ਤੇਰੇ ਸੁਭਾਅ ਵਿੱਚ ਤਾਂ ਹਮੇਸ਼ਾ ਮਾਫੀ ਹੈ, ਤੇਰਾ ਸੁਭਾਅ ਤਾਂ ਹਮੇਸ਼ਾ ਗਲੇ ਲਾਉਣ ਵਾਲਾ ਹੈ। ਇਹ ਮੇਰੇ ਮਾਲਕ, ਮੈਨੂੰ ਆਪਣੇ ਗਲੇ ਨਾਲ ਕਿਉਂ ਨਹੀਂ ਲਾਉਂਦਾ? ਮੇਰਾ ਮਨ ਤਾਂ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਤੇਰੇ ਇਸ ਗਲੇ ਤੋਂ ਬਿਨਾ ਦੱਸ ਕਿਵੇਂ ਪਾਰ ਹੋਵਾਂਗਾ? ਇਹ ਮੇਰੇ ਮਾਲਕ, ਦੇ ਬਿਮਲ ਮਤ ਸਦਾ ਸਰੀਰਾ, ਸੋਹਣੀ ਜੀ ਮਤ ਦੇ ਦੇ, ਸਹਿਜ ਸਹਿਜ ਗੁਣ ਰਵੇ ਕਬੀਰਾ। ਤੇਰੇ ਗੁਣਾਂ ਨੂੰ ਮੈਂ ਗਾਉਂਦਾ ਰਹਾ, ਤੇਰੇ ਗੁਣਾਂ ਦੇ ਅੰਦਰ ਮੈਂ ਜੁੜਿਆ ਰਹਾ। ਬੜਾ ਖੂਬਸੂਰਤ ਗੱਲ ਬਚਨ ਲਿਖਿਆ ਸ਼ੇਖ ਫਰੀਦ ਜੀ ਨੇ ਵੀ ਆਪਣੇ ਸ਼ਲੋਕਾਂ ਦੇ ਅੰਦਰ। ਸ਼ੇਖ ਜੀ ਬਚਨ ਕਰਦੇ ਹਨ ਕਿ ਜੇ ਸੁਭਾਅ ਇਨਸਾਨ ਦਾ ਇਹੋ ਜਿਹਾ ਬਣ ਜਾਏ
ਤਾਂ ਫਿਰ ਕਿੱਦਾਂ ਗੱਲ ਬਣੇਗੀ। ਤਾਂ ਸ਼ੇਖ ਫਰੀਦ ਜੀ ਕਹਿੰਦੇ, ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ, ਜੇ ਜਾਣਾ ਸ਼ੌ ਨੱਡੜਾ, ਤਾਂ ਥੋੜਾ ਮਾਨ ਕਰੀ। ਆਹ, ਬਾਲ ਸੁਭਾਅ ਵਾਲਾ। ਜੇ ਮੈਨੂੰ ਪਤਾ ਹੋਵੇ ਨਾ, ਸੱਚਮੁੱਚ ਮੈਨੂੰ ਸਮਝ ਆ ਜਾਂਦੀ ਕਿ ਮੇਰਾ ਮਾਲਕ, ਮੇਰਾ ਪ੍ਰੀਤਮ ਬਾਲ ਸੁਭਾਅ ਨੂੰ ਪਿਆਰ ਕਰਦਾ ਹੈ, ਨੱਡੜਾ। ਉਸ ਸੁਭਾਅ ਨੂੰ ਜਿਹਦੇ ਅੰਦਰ ਕੋਈ ਉੱਚਾ ਨੀਵਾਂ ਨਹੀਂ, ਉਸ ਬਾਲਕ ਦੇ ਸੁਭਾਅ ਨੂੰ ਜਿਹਦੇ ਅੰਦਰ ਕਿਸੇ ਨਾਲ ਵੈਰ ਨਹੀਂ, ਉਸ ਬਾਲਕ ਦੇ ਸੁਭਾਅ ਨੂੰ ਜਿਸ ਦੇ ਅੰਦਰ ਮੇਰੀ ਤੇਰੀ ਨਹੀਂ, ਉਸ ਸੁਭਾਅ ਨੂੰ ਜਿਹੜਾ ਸਵਾਰਥ ਤੋਂ ਨਿਰਸਵਾਰਥ ਹੋਇਆ, ਉਸ ਸੁਭਾਅ ਨੂੰ ਜਿਹੜਾ ਪ੍ਰੇਮ ਵਿੱਚ ਗੁੜਚਿਆ ਹੋਇਆ ਹੈ। ਆਏ ਕਿਤੇ ਮੈਨੂੰ ਇਹ ਸਮਝ ਆ ਜਾਏ, ਸੱਚਮੁੱਚ ਜੇ ਕਿਤੇ ਮੈਨੂੰ ਇਹ ਪਤਾ ਲੱਗ ਜਾਏ, ਤੇ ਮੈਂ ਆਪਣੇ ਇਸ ਹੰਕਾਰ ਤੇ ਮਾਨ ਨਾ ਕਰਦਾ, ਇਸ ਦੁਨੀਆ ਦੇ ਪਦਾਰਥਾਂ ਤੇ ਮਾਨ ਨਾ ਕਰਦਾ। ਜੇ ਮੈਨੂੰ ਸਮਝ ਪਤਾ ਲੱਗ ਜਾਂਦੀ ਕਿ ਜੀਵਨ ਦੇ ਸਵਾਸਾਂ ਦੇ ਤਿਲ ਤਾਂ ਬਹੁਤ ਥੋੜੇ ਹਨ, ਤੇ ਮੈਂ ਇਹਨਾਂ ਨੂੰ ਬੜੇ ਖਿਆਲ ਨਾਲ ਵਰਤਦਾ, ਬੜੇ ਹੀ ਖਿਆਲ ਨਾਲ ਚੰਗੇ ਪਾਸੇ ਲਾ ਕੇ ਵਰਤਦਾ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ, ਜੇ ਜਾਣਾ ਸ਼ੋ ਨੱਡੜਾ, ਤਾਂ ਥੋੜਾ ਮਾਨ ਕਰੀ। ਫਿਰ ਮੈਂ ਕਿਉਂ ਹੰਕਾਰ ਦੀਆਂ ਟੀਸੀਆਂ ਤੇ ਚੜ ਜਾਂਦਾ, ਕਿਉਂ ਹੰਕਾਰ ਦੀਆਂ ਟੀਸੀਆਂ ਤੇ ਚੜ ਜਾਂਦਾ, ਕਿਉਂ ਮੈਨੂੰ ਇਹ ਗੱਲ ਦੀ ਸਮਝ ਨਾ ਆਈ, ਕਿਉਂ ਮੈਂ ਗੱਲ ਨਾ ਸਮਝਿਆ। ਬਾਲਕ ਦੇ ਹਿਰਦੇ ਵਿੱਚ ਭੋਲਿਓ ਛਲ ਕਪਟ ਨਹੀਂ ਹੁੰਦਾ, ਛੇਤੀ ਭੁੱਲ ਜਾਂਦਾ। ਆ ਵੀ ਜਾਵੇ, ਤੁਸੀਂ ਹੁਣ ਬਾਲਕ ਨੂੰ ਕਿਤੇ ਚਪੇੜ ਵੀ ਮਾਰ ਦਈਏ, ਗੁੱਸੇ ਵੀ ਹੋ ਜਾਈਏ, ਬਾਲਕ 5-4 ਮਿੰਟ ਬਾਅਦ ਫਿਰ ਉਸੇ ਤਰ੍ਹਾਂ ਦਾ ਹੋ ਜਾਂਦਾ। ਕਿਉਂ? ਕਿਉਂਕਿ ਉਸ ਦੀਆਂ ਗੱਲਾਂ, ਉਹਦੀਆਂ ਭੁੱਲਾਂ, ਉਸ ਦੀਆਂ ਗਲਤੀਆਂ ਥੋੜ੍ਹ ਚਿਰੀਆਂ ਹੁੰਦੀਆਂ ਨੇ, ਉਹ ਕਦੀ ਅੰਦਰੋਂ ਨਹੀਂ ਕਰਦਾ, ਸਿਰਫ ਉਹਦਾ ਸੁਭਾਅ ਉਤਲਾ ਹੈ, ਉਹਦਾ ਸੁਭਾਅ ਉਤਲਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਨੇ ਸਾਨੂੰ ਬਾਣੀ ਰਾਹੀਂ ਇਹ ਗੱਲ ਵੀ ਸਮਝਾਈ ਹੈ ਕਿ ਆਪਣਾ ਸੁਭਾਅ ਜਿਹੜਾ ਹੈ ਉਹ ਬਾਲਕ ਵਾਲਾ ਬਣਾ ਕੇ ਰੱਖ। ਤੇ ਬਾਲਕ ਵਾਲਾ ਸੁਭਾਅ ਜਿਹੜਾ ਹੈ ਉਹ ਸਮਝਣ ਤੋਂ ਬਿਨਾ ਕਹਾਣੀ ਨਹੀਂ ਚੱਲਣੀ, ਉਹਦੇ ਤੋਂ ਬਿਨਾ ਤੇਰੇ ਜੀਵਨ ਦੀ ਗੱਡੀ ਨਹੀਂ ਚੱਲਣੀ। ਕਿਉਂ? ਕਿ ਉਹ ਜਦ ਤੱਕ ਤੇਰੇ ਸੁਭਾਅ ਅੰਦਰ ਵੈਰ ਵਿਰੋਧ, ਮੇਰਾ ਤੇਰਾ ਤੇ ਇਹ ਸਭ ਕੁਝ ਹੈ, ਤਦ ਤੱਕ ਜੀਵਨ ਦੀ ਸਫਲਤਾ ਜਿਹੜੀ ਹੈ ਉਹ ਨਹੀਂ ਹੋ ਸਕਦੀ, ਨਾ ਹੀ ਉਸ ਜੀਵਨ ਦੀ ਸਫਲਤਾ ਨੂੰ ਤੂੰ ਪਾ ਸਕਦਾ ਹੈ। ਇਹ ਮੇਰੇ ਮਾਲਕਾ, ਮੈਂ ਤਾਂ ਇਹ ਗੱਲ ਸਮਝੀ ਹੈ, ਤੂੰ ਤਾਂ ਸਾਰਿਆਂ ਨੂੰ ਗਲੇ ਨਾਲ ਲਾਉਂਦਾ ਹੈ, ਮੈਂ ਤੇਰੇ ਤੋਂ ਸਦਕੇ ਵੀ ਹਾਂ, ਤੇਰੇ ਤੋਂ ਕੁਰਬਾਨ ਵੀ ਹਾਂ। ਕਹਿ ਤਾਂ ਸਹੀ, ਅੰਦਰੋਂ ਕਹਿ ਕੇ ਤਾਂ ਸੇਖ। ਦੇਖ, ਬੱਚਾ ਆਪਣੇ ਸੁਭਾਅ ਅਨੁਸਾਰ, ਆਪਣੀ ਲਗਨ ਅਨੁਸਾਰ ਕਿੰਨੀਆਂ ਗਲਤੀਆਂ ਕਰਦਾ ਹੈ, ਕਿੰਨੇ ਗੁਨਾਹ ਕਰਦਾ ਹੈ, ਕਿੰਨੀਆਂ ਖੁਰਾਮੀਆਂ ਕਰਦਾ ਹੈ, ਪਰ ਉਸਦਾ ਪਿਤਾ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਵੀ ਹੈ, ਫਿਰ ਆਪਣੇ ਗਲੇ ਨਾਲ ਉਸੇ ਨੂੰ ਲਾ ਲੈਂਦਾ ਹੈ। ਇਸ ਤਰ੍ਹਾਂ ਪ੍ਰਭੂ ਪਿਤਾ ਵੀ ਜੀਵਾਂ ਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਅਗਾਂਹ ਵਾਸਤੇ ਜੀਵਨ ਦੇ ਠੀਕ ਰਸਤੇ ਤੇ ਚੱਲਣ ਦਾ ਢੰਗ ਦੱਸ ਦਿੰਦਾ ਹੈ। ਕਿਉਂਕਿ ਉਹ ਮੇਰਾ ਮਾਲਕ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹ ਮੇਰਾ ਮਾਲਕ ਸਾਡੇ ਦਿਲਾਂ ਦੀ ਹਰ ਚੀਜ਼ ਨੂੰ ਸਮਝਦਾ ਹੈ, ਔਰ ਆਪਣੇ ਮਨ ਦੀ ਬਿਰਥਾ ਹੋਰ ਕੋਈ ਸੁਣਦਾ ਵੀ ਨਹੀਂ, ਦੁਨੀਆ ਵੀ ਨਹੀਂ ਸੁਣਦੀ, ਘਰ ਦੇ ਸੁਣਨ ਤੋਂ ਵੀ ਅੱਕ ਜਾਂਦੇ ਨੇ। ਉਹ ਭੋਲਿਆ ਇਸ ਮਨ ਦੀਆਂ ਬਿਰਥਾ ਆਪਣੇ ਮਾਲਕ ਦੇ ਅੱਗੇ ਖੋਲ ਕੇ ਰੱਖ, ਆਪਣੇ ਮਾਲਕ ਦੇ ਆਪਣੇ ਹਿਰਦੇ ਨੂੰ ਖੋਲ ਕੇ ਰੱਖ ਦੇ, ਆਪਣੇ ਦਿਲਾਂ ਦੀਆਂ ਗੱਲਾਂ, ਦਿਲਾਂ ਦੇ ਗੁਨਾਹ, ਦਿਲਾਂ ਵਿੱਚ ਉੱਠੇ ਹੋਏ ਬਲਬਲੇ ਗੁਰੂ ਦੇ ਨਾਲ ਸਾਂਝੇ ਕਰ, ਜੇ ਜੀਵਨ ਦੀ ਸਫਲਤਾ ਨੂੰ ਚਾਹੁੰਦਾ ਹੈ। ਪਰ ਕਿਆ ਕਰੀਏ, ਗੁਰੂ ਦੇ ਕੋਲ ਜਾ ਕੇ, ਗੁਰੂ ਦੇ ਕੋਲ ਖੜੇ ਹੋ ਕੇ, ਗੁਰੂ ਦੇ ਸਾਹਮਣੇ ਖੜੇ ਹੋ ਕੇ ਹੱਥ ਜੋੜ ਕੇ ਵੀ ਆਪਣੀਆਂ ਗਲਤੀਆਂ ਨੂੰ ਛੁਪਾ ਜਾਂਦੇ ਹਾਂ। ਹੌਸਲਾ ਹੀ ਨਹੀਂ ਪੈਂਦਾ ਆਪਣੇ ਗੁਨਾਹ ਦੱਸਣ ਦਾ। ਅਸੀਂ ਸਾਹਮਣੇ ਖੜੇ ਹੋ ਕੇ ਰੋਜ਼ ਸਾਡੇ ਜੀਵਨ ਦਾ ਤਾਂ ਕੋਈ ਢੰਗ ਹੀ ਇਹੋ ਜਿਹਾ ਬਣ ਗਿਆ ਹੈ। ਅਸੀਂ ਮਾਲਕ ਦੇ ਅੱਗੇ ਖੜੇ ਵੀ ਹੁੰਦੇ ਹਾਂ, ਹੱਥ ਵੀ ਜੋੜਦੇ ਹਾਂ, ਝੁਕਦੇ ਵੀ ਹਾਂ, ਤੇ ਕੀ ਸੱਚਮੁੱਚ ਉਸ ਮਾਲਕ ਨੂੰ ਆਪਣੇ ਜੀਵਨ ਦਾ ਅੰਦਰਲਾ ਖੋਲ ਕੇ ਰੱਖ ਦਿੱਤਾ? ਨਾ 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 ਨਾ, ਬਿਲਕੁਲ ਨਹੀਂ। ਉਸ ਮਾਲਕ ਦੇ ਅੱਗੇ ਆਪਣੇ ਜੀਵਨ ਦਾ ਇਹ ਬਿਆਨ ਹੀ ਨਹੀਂ ਕੀਤਾ, ਆਪਣੇ ਉਸ ਮਾਲਕ ਦੇ ਅੱਗੇ ਆਪਣੇ ਜੀਵਨ ਦੀ ਅਸਲੀਅਤ ਨੂੰ ਦੱਸਿਆ ਹੀ ਨਹੀਂ। ਤੈਨੂੰ ਨਹੀਂ ਪਤਾ, ਉਹ ਤਾਂ ਤੇਰੇ
ਜੀਵਨ ਵਿੱਚ ਫਰੇ ਹੋਏ ਫੁਰਨਿਆਂ ਨੂੰ, ਜਿਹੜੇ ਅਜੇ ਫੁਰੇ ਵੀ ਨਹੀਂ, ਉਹਨਾਂ ਨੂੰ ਵੀ ਜਾਣਦਾ ਹੈ। ਕਿਸ ਪਾਸੋਂ ਛੁਪਾਉਣਾ ਚਾਹੁੰਦਾ ਹੈ, ਕਿਸ ਪਾਸੋਂ ਆਪਣੀ ਗਲਤੀਆਂ ਤੇ ਗੁਨਾਹ ਛੁਪਾ ਕੇ ਰੱਖਣਾ ਚਾਹੁੰਦਾ ਹੈ। ਗੁਰੂ, ਉਹ ਮੇਰਾ ਮਾਲਕ, ਉਹ ਮੇਰਾ ਪਰਮੇਸ਼ਰ ਤਾਂ ਤੇਰੇ ਜੀਵਨ ਦੀ ਹਰ ਕਹਾਣੀ ਨੂੰ ਜਾਣਦਾ ਹੈ। ਪਰ ਦੱਸ, ਆਖਦਾ ਗੁਰੂ ਅੱਗੇ, ਤੇ ਗੁਰੂ ਅੱਗੇ ਤਰਲਾ ਕਰ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬੋ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਇਸ ਤਰ੍ਹਾਂ ਹੋ ਨਾ, ਇਹ ਸਮਝ ਪਹਿਲਾਂ ਗੱਲ ਹੀ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਉਹ ਤੈਨੂੰ ਅੱਗੋਂ ਮਾਰਗ ਦੇ, ਹੈ ਮੇਰੇ ਮਾਲਕਾ, ਮੇਰੇ ਗੁਨਾਹਾਂ ਨੂੰ ਬਖਸ਼ ਦੇ। ਹਮਰੇ ਅਵਗੁਣ ਬਹੁਤ ਬਹੁਤ ਹੈ, वो बार बार हर गंत ना आवे। तो मेरे मालक, इन्ने गुनाह, इन्ने पाप, इन्नियां खुनामियां कि जे तू गिणन बह जाए तो सच्चे पातशाह ये गिनती दे अखर मुक जाणगे, पर साडे अंदरले ये औगणा दी कहानी नहीं मुकेगी। ये गल समझ लै, इन्ने तेरे औगण, पर तू ये तां कह सकदा ना, ये मेरे मालक होए, हमरे अवगुण बहुत बहुत हैं, बहु बार बार हर गंत न आवे, पर तू गणवंता, हर हर दयाल, हरे आपे बख्श ले हर भावे। हम अपराधी राखे गुर संगति, उपदेश दियो हर नाम छड़ावे। ये मेरे मालिक, कि तेरियां कहानियां की कहा, तुमरे गुण क्या कहा मेरे सतगुरा। जब गुरु बोला तब विषम हो जाए, विषम हो जाए, खिड़ गया। जब गुरु बोले विषम हो जाए, हम जैसे अपराधी अवर कोई राखे, और कोई नहीं, जैसे हम सतगुर राख लिए छुड़ाए। आख उस गुरु दे अगे, समझे गल, तू गुर पिता, तू है गुर माता, तू गुर बंधप मेरा सखा सिखाए। ये मेरे मालिक, तू ही मेरा माता है, तू ही मेरा पिता है, तू ही मेरा बंधप है। वरना बच्चा बाल सुभाव बना। ये भी गल समझ लै, ये भी गल समझ लै, रब हमेशा बाल सुभाव नूं ही प्यार करता है। भाई गुरदास जी का एक कवित बड़ा खूबसूरत आउंदा है, कहंदे ने छोटे बाल की जिंदगी नूं वेखीए, क्या नक्शा पेश किया भाई गुरदास जी ने। कहंदे ने मां दे बड़े पुत्र होण, कई पुत्र होण, बड़ी कई औलाद होवे, पर सबना तो प्यारा उसनूं ओही बाल हुंदा है जो उसदे कुछड़ विच है। सियाणे पुत्र तां कार विहारां दे आरां विच रुझ जांदे ने, कुछड़ वाला बाल इन्हां गल्लां तो बेपरवाह है। ਉਹਨੂੰ ਇਹਨਾਂ ਗੱਲਾਂ ਦੀ ਕੋਈ ਚਿੰਤਾ ਨਹੀਂ। ਉਸਨੂੰ ਨਾ ਧਨ ਦਾ ਮੋਹ, ਨਾ ਸੰਸਾਰ ਦੀ ਪਕੜ, ਨਾ ਉਹਨੂੰ ਕਿਸੇ ਹੋਰ ਚੀਜ਼ ਨਾਲ ਪਿਆਰ, ਨਾ ਕਿਸੇ ਭੈਣ ਭਰਾ ਦਾ ਖਿਆਲ। ਹਲੇ ਤਾਂ ਮਾਂ ਦੇ ਕੁੱਛੜ ਵਿੱਚ ਹੈ ਨਾ, ਹਲੇ ਤਾਂ ਮਾਂ ਦੀ ਗੋਦ ਵਿੱਚ ਹੈ ਨਾ, ਅੰਮਾ ਦੀ ਝੋਲੀ ਵਿੱਚ ਬੈਠਾ ਹੋਇਆ ਨਾ। ਜਿਹੜਾ ਨਿੱਘ ਉਹਨੂੰ ਅੰਮਾ ਦੀ ਝੋਲੀ ਵਿੱਚੋਂ ਮਿਲਦਾ, ਉਹ ਕਿਤੇ ਹੋਰ ਮਿਲ ਵੀ ਤਾਂ ਨਹੀਂ ਨਾ ਸਕਦਾ। ਅੰਮਾ ਦੀ ਝੋਲੀ ਦਾ ਨਿੱਘ ਤਾਂ ਇੰਨਾ ਹੀ ਜ਼ਿਆਦਾ ਹੈ। ਬਾਕੀ ਮਾਂ ਉਹਨੂੰ ਮੁਹੱਬਤ ਕਿੰਨਾ ਕਰਦੀ ਹੈ, ਤੇ ਮਾਂ ਉਸ ਬਾਲਕ ਨੂੰ ਇੱਕ ਭੂੰਗੜੇ ਜਿਹੇ 'ਚ ਪਾ ਕੇ ਆਪਣੇ ਘਰ ਦੇ ਕੰਮਕਾਰਾਂ ਵਿੱਚ ਲੱਗ ਜਾਂਦੀ ਹੈ। ਪਰ ਉਸਦੀ ਰੋਣ ਦੀ ਥੋੜੀ ਜਿਹੀ ਆਵਾਜ਼, ਭਾਵੇਂ ਜਿੰਨਾ ਮਰਜ਼ੀ ਕੰਮ ਹੋਵੇ, ਧਿਆਨ ਹੋਵੇ, ਪਰ ਧਿਆਨ ਉਹਦਾ ਉੱਥੇ ਹੀ ਜੁੜਿਆ ਹੋਇਆ ਹੈ ਜਿੱਥੇ ਉਹਦਾ ਬੱਚਾ ਲੇਟਿਆ ਹੋਇਆ ਹੈ। ਥੋੜੀ ਜਿਹੀ ਰੋਣ ਦੀ ਆਵਾਜ਼ ਕੰਨਾਂ 'ਚ ਪੈਂਦਿਆਂ ਸਾਰੀ ਭੱਜ ਕੇ ਉਹਨੂੰ ਆਪਣੇ ਗਲੇ ਨਾਲ ਲਾ ਲੈਂਦੀ ਹੈ। ਉਹ ਭਾਈ ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਕਾ ਸਿੱਖ ਇਹ ਗੱਲ ਸਮਝ ਲਵੇ, ਆਪਾ ਭਾ ਮਿਟਾ ਦੇਵੇ, ਆਪਣੇ ਮਨ ਦੇ ਟੋਏ ਟਿੱਬਿਆਂ ਨੂੰ ਲਾ ਦੇਵੇ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਉਹਨੂੰ ਗੁਰੂ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਉਹ ਸਦਾ ਖਿੜੇ ਮੱਸੇ, ਹਮੇਸ਼ਾ ਹੀ ਖੇੜੇ ਵਾਲਾ ਸੁਭਾਅ ਉਹਦਾ ਰਹਿੰਦਾ ਹੈ। ਉਹਦੇ ਅੰਦਰ ਕਦੀ ਵਿਤਕਰਾ ਤੇ ਹੋਰ ਦੀਵਾਰਾਂ ਖੜੀਆਂ ਨਹੀਂ ਹੁੰਦੀਆਂ। ਉਹ ਤਾਂ ਨਿਰੰਕਾਰ ਦੇ ਦੇਸ਼ ਵਿੱਚ ਹਮੇਸ਼ਾ ਹੀ ਪ੍ਰਸੰਨ ਹੋ ਕੇ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਜੈਸੇ ਇੱਕ ਜਨਨੀ ਕੈ ਹੋਤ ਹੈ ਅਨੇਕ ਸੁਤ, ਸਭ ਹੀ ਮੈਂ ਅਧਿਕ ਪਿਆਰੋ ਸੁਤ ਗੋਦ ਕੋ। ਜਿੰਨੇ ਬੜੇ ਹੋਣ
ਕਿੰਨੇ ਹੋਣ, ਪਰ ਸਭ ਤੋਂ ਪਿਆਰਾ ਕਿਹੜਾ? ਜਿਹੜਾ ਉਹਦੀ ਗੋਦ ਵਿੱਚ ਹੈ। ਸਿਆਣੇ ਸੁਤ ਵੰਜ ਵਿਹਾਰ ਕੇ ਵਿਚਾਰ ਵਿਖੈ, ਗੋਦ ਮੈਂ ਅਚੇਤ ਹੇਤ ਸੰਪੇ ਨਾ ਸਹੋਦ ਕੋ, ਪਲਨਾ ਸੁਭਾਏ ਮਾਏ ਗ੍ਰਹਿ ਕਾਜ ਲਾਗੇ ਜਾਏ, ਸੁਨ ਸੁਤ ਰੁਦਨ ਪੈ ਪਿਆਵੇ ਮਨ ਮੋਦ ਕੋ, ਆਪਾ ਖੋਏ ਜੋਈ ਗੁਰ ਚਰਨ ਸ਼ਰਨ ਗਹੇ। ਆਪਾ ਖੋਏ ਜੋਈ ਗੁਰ ਚਰਨ ਸ਼ਰਨ ਗਹੇ। ਜਿਹੜਾ ਆਪਣਾ ਭਾਵ ਗਵਾ ਕੇ ਗੁਰੂ ਦੇ ਚਰਨ ਸ਼ਰਨਾਂ ਵਿੱਚ ਜਾ ਕੇ ਡਿੱਗ ਜਾਏ, ਗੁਰੂ ਦੇ ਸ਼ਰਨ ਵਿੱਚ ਟਿਕ ਜਾਏ। ਹੁਣ ਇਹ ਗੱਲ ਤਾਂ ਸਮਝਣੀ ਪਏਗੀ ਨਾ। ਰਹੇ ਨਿਰਦੋਖ ਮੂਖ ਆਨੰਦ ਵਿਨੋਦ ਕੋ, ਉਹ ਦੁਨੀਆ ਦੀਆਂ ਇਹਨਾਂ ਸਿਲਸਿਲਿਆਂ ਤੋਂ ਉੱਚਾ ਉੱਠ ਕੇ ਉਸ ਪਿਆਰੇ ਦੀ ਮੁਹੱਬਤ ਵਿੱਚ ਜੁੜ ਜਾਂਦਾ ਹੈ ਔਰ ਅੰਦਰ ਖੇੜਾ ਬਣਿਆ ਰਹਿੰਦਾ ਹੈ। ਆਪਣਾ ਆਪ ਮਿਟਾ ਕੇ ਜਦੋਂ ਆਪਾ ਭਾਵ ਮਿਟ ਜਾਏ, ਉਦੋਂ ਸੁਭਾਅ ਬਣਦਾ ਹੈ, ਉਦੋਂ ਗੱਲ ਬਣਦੀ ਹੈ। ਇਸੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਭੋਲਿਓ, ਐਵੇਂ ਜੀਵਨ ਨੂੰ ਬਰਬਾਦ ਨਾ ਕਰੋ। ਜੀਵਨ ਵਿੱਚੋਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਨ ਕਰਕੇ ਇੱਕ ਬਾਲ ਵਰਗਾ ਸੁਭਾਅ ਬਣਾਓ, ਬੱਚੇ ਵਰਗਾ ਸੁਭਾਅ ਬਣਾਓ। ਕਦੀ ਦੇਖੋ ਗੁਰੂ ਪਾਤਸ਼ਾਹ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਛੋਟੇ ਬਾਲਾਂ ਨਾਲ, ਛੋਟੇ ਬੱਚਿਆਂ ਨਾਲ ਕਿੰਨਾ ਪਿਆਰ ਕਰਦੇ ਨੇ, ਕਿੰਨਾ ਲਾਲ ਲਡਾਉਂਦੇ ਨੇ। ਛੋਟੇ ਛੋਟੇ ਬਾਲਕਾਂ ਦੇ ਨਾਲ ਆਪ ਵੀ ਖੇਡਦੇ ਹਨ। ਸਿੱਖਾਂ ਨੂੰ ਸਦਾ ਇਹ ਉਪਦੇਸ਼ ਦਿੰਦੇ ਸਨ ਕਿ ਅਕਾਲ ਪੁਰਖਾਂ ਦੀ ਗੋਦ ਵਿੱਚ, ਜੇ ਅਕਾਲ ਪੁਰਖ ਦੀ ਗੋਦੀ ਵਿੱਚ ਬੈਠਣਾ ਹੈ, ਜੇ ਪ੍ਰੀਤਮ ਦੀ ਗੋਦੀ ਦਾ ਨਿੱਘ ਮੰਨਣਾ ਹੈ, ਤਾਂ ਇਹਨਾਂ ਬਾਲਕਾਂ ਵਾਂਗ ਬਣ ਜਾਓ। ਬਾਲਕਾਂ ਦਾ ਨਿਰਵੈਰ ਤੇ ਨਿਰਛਲ ਸੁਭਾਅ ਸਤਿਗੁਰੂ ਜੀ ਨੂੰ ਇੰਨਾ ਪਿਆਰਾ ਲੱਗਦਾ ਹੈ, ਇੰਨਾ ਪਿਆਰਾ ਲੱਗਦਾ ਹੈ ਕਿ ਇਹਨਾਂ ਨਾਲ ਖੇਡਦੇ ਖੇਡਦੇ ਹੀ ਬੇਖੁਦੀ ਵਿੱਚ ਪਹੁੰਚ ਜਾਂਦੇ। ਗੁਰੂ ਅੰਗਦ ਦੇਵ ਮਹਾਰਾਜ ਇਹਨਾਂ ਨਾਲ ਖੇਡਦੇ ਖੇਡਦੇ ਹੀ ਇੰਨੇ ਉਹਨਾਂ ਨਾਲ ਪਰਚ ਜਾਂਦੇ। ਇੱਥੇ ਕੋਈ ਖੇਡ ਦੀ ਗੱਲ ਨਹੀਂ ਪਿਆਰਿਓ, ਇੱਥੇ ਤਾਂ ਉਸ ਸੁਭਾਅ ਦੀ ਕਹਾਣੀ ਹੈ। ਕਿੰਨਾ ਬਾਲ ਸੁਭਾਅ ਨਾਲ ਪਿਆਰ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ। ਉਸ ਖੇਡ ਵਿੱਚ ਗੁਰੂ ਸਾਹਿਬ ਜੀ ਬੈਠੇ ਖੇਡ, ਬੱਚਿਆਂ ਦੇ ਨਾਲ ਮਸਤ ਰਹੇ, ਉਹਨਾਂ ਦੇ ਨਾਲ ਪਿਆਰ ਵਿੱਚ ਮਸਤ ਰਹੇ। ਹਮਾਜੂ ਵਰਗਾ ਬਾਦਸ਼ਾਹ ਆ ਕੇ ਗੁਰੂ ਨੇ ਉਹਦੀ ਵੀ ਪਰਵਾਹ ਨਾ ਕੀਤੀ, ਆ ਕੇ ਤਲਵਾਰ ਕੱਢ ਲਈ। ਫਿਰ ਉਹਨੂੰ ਆਖਿਆ, ਭੋਲਿਆ ਓਏ, ਇਹ ਤਲਵਾਰ ਫਕੀਰਾਂ ਤੇ ਚਲਾਉਣ ਲਈ ਨਹੀਂ ਹੁੰਦੀ। ਹਮਾਜੂ, ਇਹ ਤਲਵਾਰ ਉਦੋਂ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਜੰਗ ਦੇ ਮੈਦਾਨ ਵਿੱਚ ਹਾਰ ਖਾ ਕੇ ਮੁੜ ਦੌੜ ਆਇਆ। ਇਹ ਫਕੀਰਾਂ ਤੇ ਤਲਵਾਰ ਚਲਾਉਣ ਲਈ ਨਹੀਂ ਹੁੰਦੀ। ਪਿਆਰ ਸੁਭਾਅ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਲ ਸੁਭਾਅ ਦਾ ਬਣਨਾ ਬੜਾ ਜ਼ਰੂਰੀ ਹੈ। ਜਦ ਤੱਕ ਬਾਲ ਸੁਭਾਅ ਨਹੀਂ ਬਣਦਾ ਤਾਂ ਇਹ ਗੱਲ ਸਮਝ ਲੈਣਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਵੀ ਇਹ ਬਾਲ ਸੁਭਾਅ ਜਿਹੜਾ ਹੈ, ਇਹ ਸਮਝਾਉਂਦੇ ਨੇ ਰੱਬ ਦੇ ਸਭ ਤੋਂ ਨੇੜੇ ਹੁੰਦਾ ਹੈ, ਸਭ ਤੋਂ ਨੇੜੇ ਹੁੰਦਾ ਹੈ। ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ। ਇੱਕ ਵਾਰੀ ਮਾਝੇ ਦੇ ਇੱਕ ਪਿੰਡ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗਏ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਪ੍ਰਸ਼ਾਦਾ ਮੇਰੇ ਘਰ ਛਕਿਆ ਜਾਏ। ਤਾਂ ਉਹ ਸਿੱਖ ਦੇ ਘਰ ਸੰਤਾਨ ਨਹੀਂ ਸੀ। ਉਹਨੂੰ ਕੀ ਜਾਣੇ, ਹੁਣ ਜਿਹਦੇ ਘਰ ਸੰਤਾਨ ਨਹੀਂ, ਉਹਨੂੰ ਕੀ ਪਤਾ ਬਾਲਾਂ ਦੀਆਂ, ਬੱਚਿਆਂ ਦੀਆਂ ਨਿਰਛਲ ਤੇ ਭੋਲੀਆਂ ਖੇਡਾਂ ਕਿਹੋ ਜਿਹੀਆਂ ਹੁੰਦੀਆਂ ਨੇ। ਜਿਹਦੇ ਘਰ ਆਪ ਬੱਚਾ ਸੰਤਾਨ ਨਾ ਹੋਵੇ, ਉਹ ਬੱਚਿਆਂ ਦੀ ਖੇਡ ਕਹਾਣੀ ਵੀ ਨਹੀਂ ਜਾਣਦਾ। ਇਸੇ ਕਰਕੇ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦ ਮੇਰੇ ਘਰ ਵੀ ਛਕਿਆ ਜਾਏ, ਤੇ ਮੇਰੇ ਘਰ ਸੰਤਾਨ ਵੀ ਨਹੀਂ ਹੈ, ਤੇ ਕਹਿ ਬੈਠਾ ਹਜ਼ੂਰ ਮੇਰੇ ਘਰ ਆਪ ਜ਼ਰੂਰ ਪ੍ਰਸ਼ਾਦਾ ਛਕੋ। ਮੇਰੇ ਘਰ ਦਾ ਪ੍ਰਸ਼ਾਦਾ ਬਾਕੀਆਂ ਨਾਲੋਂ ਬਹੁਤ ਪਵਿੱਤਰ ਹੈ, ਕਿਉਂਕਿ ਮੇਰੇ ਘਰ ਕੋਈ ਬਾਲ ਨਹੀਂ ਹੈ। ਹੈਰਾਨ ਹੋ ਗਏ ਗੁਰੂ ਅਰਜਨ ਦੇਵ ਮਹਾਰਾਜ, ਉਹਦੇ ਬੋਲਾਂ ਨੂੰ ਸੁਣ ਕੇ ਹੈਰਾਨ ਹੋ ਗਏ ਕਿ ਇਹ ਮਨੁੱਖ ਆਪਣੇ ਆਪ ਨੂੰ ਨਿਰਛਲ ਤੇ ਭੋਲੇ ਬਾਲਕਾਂ ਨਾਲੋਂ ਵੀ ਵਧੀਆ ਮੰਨਣ ਲੱਗ ਪਿਆ, ਵਧੀਆ ਸਮਝਣ ਲੱਗ ਪਿਆ। ਇਹਨੂੰ ਇਹ ਨਹੀਂ ਪਤਾ ਕਿ ਉਸ ਬਾਲ ਦੇ ਸੁਭਾਅ ਦਾ ਮੁਕਾਬਲਾ ਤਾਂ ਕੋਈ ਕਰ ਹੀ ਨਹੀਂ ਸਕਦਾ। ਔਰ ਗੁਰੂ ਪਾਤਸ਼ਾਹ ਨੇ ਪ੍ਰਸ਼ਾਦਾ ਛਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਵੀ ਹੰਕਾਰ, ਇਹ ਵੀ ਆਪਣੇ ਵਿੱਚ ਮੇਰੀ ਜਦੋਂ ਇਨਸਾਨ ਵਿੱਚ ਬਾਲ ਸੁਭਾਅ ਤੋਂ ਉੱਪਰ ਉੱਠ ਕੇ ਮੇਰੀ ਦੀ ਕਹਾਣੀ ਵਿੱਚ ਆ ਜਾਂਦੀ ਹੈ, ਉਦੋਂ ਪ੍ਰੀਤਮ ਦਾ ਖੁਸ਼ੀ ਨਹੀਂ ਲੈ ਸਕਦਾ, ਪ੍ਰੀਤਮ ਦੀ ਅਸੀਸ ਨਹੀਂ ਲੈ ਸਕਦਾ, ਉਦੋਂ ਮਾਲਕ ਦੀਆਂ ਨਜ਼ਰਾਂ ਵਿੱਚ ਕਬੂਲ ਨਹੀਂ ਹੋ ਸਕਦਾ।
ਜ਼ਰੂਰੀ ਹੈ ਕਿ ਬਾਲ ਸੁਭਾਅ, ਬੱਚਿਆਂ ਵਾਲਾ ਸੁਭਾਅ ਬਣਾ ਕੇ ਰੱਖ, ਜਿਸ ਸੁਭਾਅ ਵਿੱਚ ਕੋਈ ਚਲਾਕੀ ਨਹੀਂ ਹੁੰਦੀ, ਜਿਸ ਸੁਭਾਅ ਵਿੱਚ ਕੋਈ ਚੁਸਤੀ ਨਹੀਂ ਹੁੰਦੀ, ਜਿਹਦੇ ਵਿੱਚ ਕੋਈ ਹੇਰਾ-ਫੇਰੀ ਨਹੀਂ ਹੁੰਦੀ, ਜਿਹਦੇ ਵਿੱਚ ਕੋਈ ਛਲ ਨਹੀਂ ਹੁੰਦਾ, ਜਿਹਦੇ ਵਿੱਚ ਕੋਈ ਵੱਲ ਨਹੀਂ ਹੁੰਦਾ, ਜਿਹਦੇ ਵਿੱਚ ਕੋਈ ਫਰੇਬ ਨਹੀਂ ਹੁੰਦਾ। ਬਿਲਕੁਲ ਇਹੋ ਜਿਹਾ ਸੁਭਾਅ ਬਣਾ ਕੇ ਰੱਖ। ਆਓ ਇੱਕ ਹੋਰ ਸਤਿਗੁਰੂ ਦੇ ਜੀਵਨ ਦੀ, ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਇੱਕ ਰਮਜ਼ ਨੂੰ ਹੋਰ ਸਮਝ ਲਈਏ। ਰਾਵੀ ਦੇ ਕੰਢੇ ਕਰਤਾਰਪੁਰ ਰੋਜ਼ਾਨਾ ਸਤਸੰਗ ਹੁੰਦਾ ਹੈ। ਗੁਆਂਢ ਵਿੱਚ ਇੱਕ ਪਿੰਡ ਹੈ। ਇੱਕ ਬਾਲਕ ਨੇ ਉਸ ਸਤਸੰਗ ਵਿੱਚ ਆਉਣਾ ਸ਼ੁਰੂ ਕੀਤਾ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੇਖਿਆ ਇਹ ਬਾਲਕ ਸਤਸੰਗਤ ਵਿੱਚ ਆਉਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ, ਬਾਲਕ ਤੇਰਾ ਨਾਮ ਕੀ ਹੈ? ਤੇ ਅੱਗੋਂ ਜਵਾਬ ਮਿਲਿਆ, ਜੀ ਮੇਰਾ ਨਾਮ ਬੁੱਢਾ ਹੈ, ਬੂੜਾ ਹੈ, ਮੇਰਾ ਨਾਮ ਬੂੜਾ ਹੈ। ਸਤਿਗੁਰੂ ਕਹਿਣ ਲੱਗੇ, ਕਾਕਾ ਹੈ ਤਾਂ ਤੂੰ ਅਜੇ ਛੋਟਾ ਬਾਲ ਹੈ, ਉਮਰ ਵਜੋਂ ਤਾਂ ਛੋਟਾ ਹੀ ਜਾਪਦਾ ਹੈ, ਤੇ ਨਹੀਂ ਤੇਰਾ ਨਾਮ ਬੂੜਾ ਕਿਵੇਂ ਰੱਖ ਦਿੱਤਾ? ਤੇ ਗੱਲਾਂ ਵੀ ਤੇਰੀਆਂ ਬੜੀਆਂ ਸਿਆਣੀਆਂ ਨੇ, ਗੱਲਾਂ ਵੀ ਤੇਰੀਆਂ ਬੜੀਆਂ ਪਿਆਰੀਆਂ ਨੇ। ਤੇ ਆਖਣ ਲੱਗਾ, ਪਾਤਸ਼ਾਹ ਬੇਨਤੀ ਹੈ ਤੁਹਾਡੇ ਪਾਸ, ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ, ਮੌਤ ਤੋਂ ਬਹੁਤ ਡਰ ਲੱਗਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਾਕਾ ਇਸ ਉਮਰ ਵਿੱਚ ਮੌਤ ਦੀਆਂ ਗੱਲਾਂ ਕਿਵੇਂ ਯਾਦ ਨੇ? ਇਸ ਉਮਰ ਵਿੱਚ ਹੀ ਮੌਤ ਕਿਵੇਂ ਚੇਤੇ ਆ ਗਈ? ਸਾਖੀ ਆਪ ਜੀ ਨੇ ਪੜ੍ਹੀ ਹੈ, ਮੈਂ ਜ਼ਿਆਦਾ ਵਿਸਥਾਰ ਨਾਲ ਹੋਰ ਉਹਦਾ ਜ਼ਿਕਰ ਨਾ ਕਰਾਂ। ਹੁਣ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੱਤਾ ਹੈ, ਕਹਿੰਦੇ ਬੇਲਿਆ, ਮੌਤ ਤੋਂ ਡਰ ਇਉਂ ਤਾਂ ਲੱਗਦਾ ਹੈ ਕਿ ਜੀਵਨ ਦਾ ਆਨੰਦ ਨਹੀਂ ਆਇਆ। ਮੌਤ ਤੋਂ ਡਰ ਤਾਂ ਲੱਗਦਾ ਹੈ ਆਪਣਾ ਸਿਰ ਉੱਚਾ ਕਰਕੇ ਚੱਲਣ ਦੀ ਜਾਚ ਨਹੀਂ ਆਈ। ਮੌਤ ਤੋਂ ਡਰ ਤਾਂ ਲੱਗਦਾ ਹੈ ਜੀਵਨ ਦੇ ਮਕਸਦ ਨੂੰ ਜਾਣਿਆ ਹੀ ਨਹੀਂ। ਜਿਸ ਦਿਨ ਜੀਵਨ ਦਾ ਮਕਸਦ ਸਮਝ ਆ ਜਾਏਗਾ, ਜਿਸ ਦਿਨ ਕਦਮ ਉੱਚੇ ਕਰਕੇ ਆਪਣੀ ਗਰਦਨ ਉੱਚੀ ਕਰਕੇ ਚੱਲਣਾ ਸਿੱਖੋਗੇ, ਮੌਤ ਤੁਹਾਡੇ ਕਦਮਾਂ ਵਿੱਚ ਹੋਏਗੀ, ਮੌਤ ਤੁਹਾਡੇ ਤੋਂ ਭੈ ਖਾਏਗੀ, ਤੁਸੀਂ ਮੌਤ ਤੋਂ ਨਹੀਂ ਡਰਦੇ। ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਇਹ ਗੱਲਾਂ ਸੁਣ ਕੇ ਸੱਚਮੁੱਚ ਉਹ ਬਾਲਕ ਗੁਰੂ ਨਾਨਕ ਦੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਗਿਆ ਤੇ ਸਤਿਗੁਰੂ ਜੀ ਨੇ ਉਹਦਾ ਨਾਮ ਬੁੱਢਾ ਰੱਖਿਆ ਤੇ ਸਿੱਖ ਇਤਿਹਾਸ ਨੇ ਉਹਦਾ ਨਾਮ ਬਾਬਾ ਬੁੱਢਾ ਜੀ ਕਹਿ ਕੇ ਯਾਦ ਕੀਤਾ। 6 ਗੁਰੂ ਸਾਹਿਬਾਨ ਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਉਸ ਬਾਲਕ ਨੇ ਦਰਸ਼ਨ ਕੀਤੇ ਸਰੀਰਕ ਤੌਰ ਤੇ। ਹਰ ਗੁਰੂ ਸਾਹਿਬਾਨ ਦੇ, ਜਿਸ ਨੂੰ ਮੌਤ ਤੋਂ ਬਚਪਨ 'ਚ ਡਰ ਲੱਗਦਾ ਸੀ। ਕਿੰਨੀ ਕੁ ਉਮਰ ਹੋਏਗੀ? 8, 7, 9 ਸਾਲ, 10 ਸਾਲ, ਜਦੋਂ ਗੁਰੂ ਨਾਨਕ ਦੇ ਚਰਨ ਸ਼ਰਨ ਵਿੱਚ ਆਇਆ ਸੀ। ਤੇ ਇਸ ਬਾਲਕ ਦਾ ਨਾਮ ਫਿਰ ਬਾਬਾ ਬੁੱਢਾ ਅੱਜ ਸਿੱਖ ਇਤਿਹਾਸ ਵਿੱਚ ਉਸ ਰੋਸ਼ਨੀ ਵਾਲੇ ਤਾਰੇ ਵਾਂਗੂ ਚਮਕਦਾ ਹੈ। ਜਦ ਤੱਕ ਅਸੀਂ ਗੁਰੂ ਦਾ ਇਤਿਹਾਸ ਪੜ੍ਹਦੇ ਰਹਾਂਗੇ, ਤਦ ਤੱਕ ਇਹ ਬਾਲਕ ਦਾ ਇਤਿਹਾਸ ਵੀ ਨਾਲੋਂ ਨਾਲ ਹੀ ਅਸੀਂ ਪੜ੍ਹਦੇ ਜਾਵਾਂਗੇ, ਨਾਲੋਂ ਨਾਲ ਹੀ ਸੁਣਦੇ ਜਾਵਾਂਗੇ, ਕਿਉਂਕਿ ਇਹ ਬਾਲ ਸੁਭਾਅ ਨਾਲ ਗੁਰੂ ਨਾਲ ਨੇੜਤਾ ਬਣਦੀ ਹੈ। ਇਸ ਬਾਲ ਸੁਭਾਅ ਨਾਲ ਗੁਰੂ ਨਾਲ ਸਾਂਝ ਬਣਦੀ ਹੈ। ਇਸ ਬਾਲ ਸੁਭਾਅ ਨਾਲ ਬੁੱਢਾ ਬਣ ਜਾਈਦਾ ਹੈ, ਬਾਲ ਅਵਸਥਾ ਵਿੱਚ ਹੀ ਬੁੱਢੇ ਬਣ ਜਾਈਦਾ ਹੈ। ਤੇ ਇਸ ਬਾਲ ਸੁਭਾਅ ਕਰਕੇ ਹੀ 6 ਗੁਰੂ ਸਾਹਿਬਾਨ ਦੇ ਸਰੀਰਕ ਦਰਸ਼ਨ ਉਸ ਬਾਲਕ ਨੇ ਕਰਕੇ ਤੇ ਉਹ 125 ਸਾਲ ਦੀ ਉਮਰ, 125 ਸਾਲ ਦੀ ਉਮਰ ਉਸਨੇ ਭੋਗੀ। ਤੇ ਬਾਤ ਕਿਹੋ ਜਿਹੀ ਸੀ? ਜਦੋਂ 6ਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰਨ ਲੱਗੇ, 6ਵੇਂ ਪਾਤਸ਼ਾਹ ਆਪ ਚੱਲ ਕੇ ਗਏ ਤੇ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਪਾਤਸ਼ਾਹ ਜੀਓ, ਜਿਸ ਤਰ੍ਹਾਂ ਤੁਸੀਂ ਮੈਨੂੰ ਆਪਣੀ ਚਰਨ ਸ਼ਰਨ ਵਿੱਚ ਰੱਖਿਆ ਹੈ, ਉਸੇ ਤਰ੍ਹਾਂ ਭਾਨੇ ਨੂੰ ਵੀ ਆਪਣੇ ਚਰਨ ਸ਼ਰਨ ਵਿੱਚ ਰੱਖਣਾ। ਭਾਨਾ ਉਹਨਾਂ ਦਾ ਪੁੱਤਰ ਸੀ, ਬਾਬਾ ਬੁੱਢਾ ਜੀ ਦਾ ਸਪੁੱਤਰ ਸੀ, ਉਹਦੇ ਤੇ ਵੀ ਬਖਸ਼ਿਸ਼ ਦਾ ਹੱਥ ਰੱਖਣਾ। ਤੇ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਜੀ ਤੁਸੀਂ 6 ਗੁਰੂ ਸਾਹਿਬਾਨ ਤੋਂ ਜੀਵਨ ਦੀ ਸਿੱਖਿਆ ਲਈ ਹੈ, 6 ਗੁਰੂ ਸਾਹਿਬਾਨ ਨੂੰ ਆਪਣੇ 6 ਗੁਰੂ ਬਹਿਸਾਨ ਦੀ ਸੰਗਤ ਮਾਣੀ ਹੈ, ਉਹਨਾਂ ਦੀ ਗੋਦ ਦਾ ਨਿੱਘ ਮਾਣਿਆ ਹੈ, ਸਾਨੂੰ ਵੀ ਆਪਣੀ ਅਸੀਸ ਬਖਸ਼ੋ। ਤੇ ਅੱਗੋਂ ਬਾਬਾ ਬੁੱਢਾ ਜੀ ਕਹਿਣ ਲੱਗੇ, ਪਾਤਸ਼ਾਹ ਗੁਰੂ ਨਾਨਕ ਦਾ
ਘਰ ਤਾਂ ਸੂਰਜ ਹੈ, ਔਰ ਮੇਰੇ ਵਰਗਾ ਤਾਂ ਇੱਕ ਜੁਗਨੂ ਹੈ। ਦੱਸੋ, ਇੱਕ ਚਮਕਦੇ ਹੋਏ ਸੂਰਜ ਦੇ ਸਾਹਮਣੇ ਜੁਗਨੂ ਕੀ ਰੋਸ਼ਨੀ ਦੇ ਸਕਦਾ ਹੈ? ਉਮਰ 125 ਸਾਲ ਦੀ ਹੈ, ਸੁਭਾਅ ਬਿਲਕੁਲ ਬੱਚਿਆਂ ਵਾਲਾ ਹੈ, ਬਹਾਲਾਂ ਵਾਲਾ ਹੈ, ਨਿਮਰਤਾ ਵਾਲਾ ਹੈ। ਤਾਂ ਪਹਿਲੀ ਗੱਲ ਜਿਹੜੀ ਗੱਲ ਸਿੱਖਣੀ ਪਏਗੀ, ਮਨੁੱਖਾ ਜਨਮ ਦੀ ਸਫਲਤਾ ਦੇ ਲਈ ਪਹਿਲੀ ਸਮਝ ਹੈ, ਉਹ ਹੈ ਹਿਰਦੇ ਵਿੱਚ ਦਰਦ, ਮਨੁੱਖਤਾ ਲਈ ਪਿਆਰ, ਮਨੁੱਖਤਾ ਦੀ ਤੜਫ। ਤੇ ਦੂਜੀ ਗੱਲ ਜਿਹੜੀ ਹੈ ਉਹ ਹੈ ਮਨੁੱਖਤਾ ਬਾਲ ਦਾ ਸੁਭਾਅ ਬਣਾ ਕੇ ਰੱਖਣਾ, ਬੱਚੇ ਵਾਲਾ ਸੁਭਾਅ ਬਣਾ ਕੇ ਰੱਖਣਾ। ਜਦ ਤੱਕ ਅੰਦਰ ਨਿਸ਼ਚਲਤਾ ਨਹੀਂ ਆਉਂਦੀ, ਜਦ ਤੱਕ ਅੰਦਰ ਸਾਡੇ ਇੱਕ ਕਹਾਣੀ ਨਹੀਂ ਆਉਂਦੀ, ਤਾਂ ਉਨੀ ਦੇਰ ਤੱਕ ਅਸੀਂ ਗੁਰੂ ਦੀ ਨੇੜਤਾ ਵੀ ਹਾਸਲ ਨਹੀਂ ਕਰ ਸਕਦੇ। ਮਨੁੱਖਾ ਜੀਵਨ ਦੀ ਸਮਝ ਤੇ ਸਫਲਤਾ ਲਈ ਸਾਨੂੰ ਆਪਣੇ ਅੰਦਰੋਂ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਮਾਲ ਤੋਂ ਬੱਧਾ ਛੁੱਟੇ ਜਿੱਤ ਦੀ ਇਹ ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਜੀਵਨ ਨੂੰ ਜੀਵਨ ਦੇ ਅਮਲ ਵਿੱਚ ਲਿਆਉਣੀ ਪਏਗੀ। ਤਦ ਹੀ ਸਾਡਾ ਲੋਕ ਪਰਲੋਕ ਸੁਹੇਲਾ ਹੋ ਸਕੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇ ਹਫਤੇ ਅਸੀਂ ਹੋਰ ਇਸੇ ਵਿਸ਼ੇ ਨੂੰ ਅੱਗੇ ਤੁਰਾਂਗੇ। ਅੱਜ ਦੀ ਕਲਾਸ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਕਰ ਦਿਓ ਜੀ। ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬਹੁਤ ਬਹੁਤ ਧੰਨਵਾਦ ਹਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਇਸ ਗੁਰਮਤਿ ਦੇ ਇਸ ਅਤ ਅਹਿਮ ਵਿਸ਼ੇ ਨੂੰ ਜੀਵਨ ਸਫਲ ਕਿਵੇਂ ਹੋਵੇ, ਜੀਵਨ ਜਾਂਚ ਬਾਰੇ ਵਡਮੁੱਲੇ ਵਿਚਾਰ ਹਨ ਜੋ ਗੁਰਬਾਣੀ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਕਰ ਸਕਦੇ ਹੋ ਜੀ। ਕੱਲ ਤੋਂ ਲੈ ਕੇ ਮੰਗਲਵਾਰ ਤੋਂ ਵੀਰਵਾਰ 3 ਦਿਨ ਲੜੀਵਾਰ ਵਿਚਾਰ ਜੋ ਸਵਈਆ ਭੱਠਾਂ ਦੇ ਸਵਈਆਂ ਦੀ ਚੱਲ ਰਹੀ ਹੈ, ਉਹਦੇ ਅੰਦਰ ਸਵਈਆ ਮਹੱਲੇ ਪੰਜਵੇਂ ਕੇ ਦੀ ਵਿਚਾਰ ਅੱਗੇ ਕੰਟੀਨਿਊ ਹੋਏਗੀ। ਸ਼ੁੱਕਰਵਾਰ ਨੂੰ ਵੀਰ ਗੁਰਦੀਪ ਸਿੰਘ ਜੀ ਸ਼ਬਦ ਦੀ ਵਿਚਾਰ ਕਰਨਗੇ। ਸ਼ਨਿਚਰਵਾਰ ਅਤੇ ਐਤਵਾਰ ਨੂੰ ਸਰ ਚਰਨਜੀਤ ਸਿੰਘ ਜੀ ਆਪ ਜੀ ਦੇ ਨਾਲ ਗੁਰਬਾਣੀ ਵਿਚਾਰ ਸਾਂਝੀ ਕਰਨਗੇ। ਸ਼ਾਮ ਨੂੰ ਜੋ 7 ਤੋਂ 8 ਦੀ ਕਲਾਸ ਹੁੰਦੀ ਹੈ ਜੀ, ਉਹਦੇ ਵਾਸਤੇ ਵੀ ਬੇਨਤੀ ਹੈ ਕਿ ਜਿਹੜੇ ਸੱਜਣ ਉਸ ਕਲਾਸ ਵਿੱਚ ਹਾਜ਼ਰੀ ਨਹੀਂ ਭਰਦੇ, ਕੋਸ਼ਿਸ਼ ਕਰਕੇ ਸਮਾਂ ਕੱਢ ਕੇ ਜ਼ਰੂਰ ਉਸ ਕਲਾਸ ਵਿੱਚ ਵੀ ਹਾਜ਼ਰੀ ਭਰਨ। ਸੋ ਅਗਰ ਕਿਸੇ ਦਾ ਹੋਰ ਕੋਈ ਸਵਾਲ ਜਾਂ ਕੋਈ ਵਿਚਾਰ ਦੇਣਾ ਨਹੀਂ ਹੈ, ਕਲਾਸ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਇੱਕ ਵਾਰੀ ਫੇਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਫਤਿਹ ਦੀ ਸਾਂਝ ਕਰੋ ਜੀ।